ਹੈਲੋ ਸਟੂਡੈਂਟਸ। ਅੱਜ ਦਾ ਜਿਹੜਾ ਟੌਪਿਕ ਹੈ ਉਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਪ੍ਰੋਵਿੰਸ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਸਿਲੈਕਟ ਕਰੀਏ। ਆਏ ਦਿਨ ਅਸੀਂ ਦੇਖ ਰਹੇ ਹਾਂ ਬੜੇ ਸਾਰੇ ਸੋਸ਼ਲ ਮੀਡੀਆ ਗਰੁੱਪਸ ਇਸ ਤਰ੍ਹਾਂ ਦੇ ਬਣੇ ਹੋਏ ਆ ਜਿਹਦੇ ਵਿੱਚ ਆਲਰੇਡੀ ਜਿਹੜੇ ਇੱਥੇ ਲੋਕ ਪਹੁੰਚ ਗਏ ਆ ਉਹ ਬਹੁਤ ਸਟਰਗਲ ਕਰ ਰਹੇ ਆ, ਹੋਰ ਕੋਸ਼ਿਸ਼ ਕਰ ਰਹੇ ਆ ਕਿ ਸਾਨੂੰ ਆਪਣੀ ਮਰਜ਼ੀ ਦੀ ਜੌਬਸ ਮਿਲ ਜਾਣ, ਲੇਕਿਨ ਨਹੀਂ ਮਿਲ ਪਾ ਰਹੀਆਂ। ਇਹਦਾ ਕਾਫੀ ਹੱਦ ਤੱਕ ਜਿਹੜੀ ਰਿਸਪੌਂਸਿਬਿਲਿਟੀ ਹੈਗੀ ਹੈ ਉਹ ਇਸ ਚੀਜ਼ ਤੇ ਵੀ ਹੈਗੀ ਹੈ ਕਿ ਜਿਹੜਾ ਇਮੀਗ੍ਰੇਸ਼ਨ ਪੈਨੇਟ੍ਰੇਸ਼ਨ ਲੈਵਲ ਹੈ ਉਹ ਕਿਹੜੇ ਪ੍ਰੋਵਿੰਸ 'ਚ ਜ਼ਿਆਦਾ ਹੈ। ਫੋਰ ਐਗਜ਼ਾਮਪਲ ਅਸੀਂ ਜਿਹਦੇ ਨਾਲ ਵੀ ਗੱਲ ਕਰੀ ਦੀ ਆ, ਹਰ ਇੱਕ ਨੂੰ ਟੋਰਾਂਟੋ ਨਾਲ ਫੈਸੀਨੇਸ਼ਨ ਹੈ। ਸਭ ਨੂੰ ਲੱਗਦਾ ਹੈ ਕਿ ਨਹੀਂ, ਜਦੋਂ ਜਦੋਂ ਵੀ ਅਸੀਂ ਕੈਨੇਡਾ ਜਾਣਾ ਹੈ ਅਸੀਂ ਟੋਰਾਂਟੋ ਆਪਣਾ ਚੁਣਾਂਗੇ ਐਜ਼ ਅ ਪ੍ਰੋਵਿੰਸ, ਕਿਉਂਕਿ ਸਾਡੇ ਉੱਥੇ ਹੋ ਸਕਦਾ ਹੈ ਦੋਸਤ ਯਾਰ ਵੀ ਹੈ, ਹੋਰ ਸਾਨੂੰ ਇੱਕ ਹੈਲਪ ਵੀ ਮਿਲ ਸਕਦੀ ਹੈ, ਜੌਬਸ ਵਿੱਚ ਵੀ ਹੈਲਪ ਮਿਲ ਸਕਦੀ ਹੈ। ਜਿਹਦੇ ਤੁਹਾਡੇ ਕੋਲ ਇਸ ਤਰ੍ਹਾਂ ਦੀ ਕੋਈ ਆਲਰੇਡੀ ਹੈਲਪ ਹੈ ਜਿਹੜੀ ਤੁਹਾਨੂੰ ਸ਼ੋਰ ਸ਼ਾਰਟ ਲੱਗਦਾ ਹੈ ਕਿ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਐਸਟੈਬਲਿਸ਼ ਕਰ ਸਕਦੀ ਹੈ, then there is absolutely then this video is not for you। ਤੇ ਇਸ ਕਰਕੇ ਇਹ ਉਹ ਲੋਕਾਂ ਲਈ ਵੀਡੀਓ ਹੈ ਜਿਹੜੇ ਹਾਲੇ ਵੀ ਇਸ ਕਨਫਿਊਜ਼ ਸਟੇਟ ਆਫ ਮਾਈਂਡ ਵਿੱਚ ਹੈਗੇ ਆ ਕਿ ਅਸੀਂ ਕਿਹੜੇ ਪ੍ਰੋਵਿੰਸ ਵਿੱਚ ਜਾਈਏ। ਸੋ ਦੇਖੋ, ਜਿਹੜੀ ਓਪਰਚੁਨਿਟੀਜ਼ ਹੈਗੀਆਂ, ਜਿਹੜੀ ਜੌਬ ਮਾਰਕੀਟ ਹੈਗੀ ਹੈ ਉਹ ਕਾਫੀ ਹੱਦ ਤੱਕ ਇੰਪੈਕਟਡ ਹੈਗੀ ਹੈ ਥੋੜੀ ਥੋੜੀ ਹਰ ਪ੍ਰੋਵਿੰਸ ਵਿੱਚ। ਲੇਕਿਨ ਤੁਸੀਂ ਇਹ ਦੇਖੋ ਕਿ ਜਿੱਥੇ ਵੀ ਇੱਕ ਗੂਗਲ ਦੇ ਵਿੱਚ ਆਪਣਾ ਕੋਈ ਵੀ ਇਸ ਤਰ੍ਹਾਂ ਦਾ ਡੇਟਾ ਕੱਢਣ ਦੀ ਕੋਸ਼ਿਸ਼ ਕਰੋਗੇ ਕਿ ਕਿਹੜਾ ਇਸ ਤਰ੍ਹਾਂ ਦਾ ਪ੍ਰੋਵਿੰਸ ਹੈ ਜਿਹਦੇ ਵਿੱਚ ਮੈਕਸਿਮਮ ਇਮੀਗ੍ਰੇਸ਼ਨ ਹੋਈ ਹੈ, ਜਿਹਦੇ ਵਿੱਚ ਵੱਖੋ ਵੱਖਰੀ ਕੰਟਰੀਜ਼ ਤੋਂ ਲੋਕ ਆਏ ਹੈ, ਕਿਉਂਕਿ ਜੀ ਇੱਕ ਫਾਈਨੈਂਸ਼ੀਅਲ ਕੈਪੀਟਲ ਹੈ। ਤੇ ਚਲੋ ਮੰਨ ਲਓ ਤੁਹਾਨੂੰ ਪਤਾ ਚੱਲਦਾ ਹੈ ਕਿ ਉਹ ਟੋਰਾਂਟੋ ਹੀ ਹੈ। ਤੇ ਤੁਸੀਂ ਇਹ ਦੇਖੋ ਕਿ ਇੰਨੀ ਜੌਬਸ ਇੰਨੀ ਤੇਜ਼ੀ ਨਾਲ, ਜਿੰਨੀ ਤੇਜ਼ੀ ਨਾਲ ਪਲੇਨਸ ਭਰ ਕੇ ਇੱਥੇ ਆਏ ਆ, ਕਿ ਇੰਨੀ ਤੇਜ਼ੀ ਨਾਲ ਉੱਥੇ ਜੌਬ ਦੀ ਓਪਰਚੁਨਿਟੀਜ਼ ਵੀ ਆਈਆਂ ਕਿ ਨਹੀਂ ਆਈਆਂ। ਹੋਰ ਤੁਹਾਨੂੰ ਆਪਣੇ ਆਪ ਜਵਾਬ ਮਿਲੇਗਾ ਕਿ ਉਹ ਓਪਰਚੁਨਿਟੀਜ਼ ਨਹੀਂ ਆ ਉੱਥੇ। ਹੋਰ ਇਹੀ ਵਜ੍ਹਾ ਹੈ ਕਿ ਜਿਹੜੇ ਆਲਰੇਡੀ ਉੱਥੇ ਪਹੁੰਚ ਗਏ ਆ ਉਹ ਆਲਰੇਡੀ ਸਟਰਗਲ ਕਰ ਰਹੇ ਆ ਕਿ ਯਾਰ ਸਾਨੂੰ ਆਪਣੀ ਸਕਿੱਲ ਸੈੱਟ ਦੀ ਜੌਬ ਨਹੀਂ ਮਿਲ ਰਹੀ। ਹੋਰ ਸਕਿੱਲ ਸੈੱਟ ਤੇ ਛੱਡੋ, ਕਈ ਇਸ ਤਰ੍ਹਾਂ ਦੇ ਜਿਹੜੇ ਆਪਣੀ ਟ੍ਰਾਂਸਫਰੇਬਲ ਸਕਿੱਲਸ ਵੀ ਸ਼ੋ ਕਰ ਰਹੇ ਆ ਕਿ ਚਲੋ ਇਹ ਨਾ ਅਸੀਂ ਇਹਦੇ ਰਿਲੇਟਡ ਇਹ ਕਰ ਲਈਏ ਜਾਂ ਕਿਸੇ ਵੀ ਤਰੀਕੇ ਦੀ ਜੌਬ ਕਰ ਲਈਏ, ਲੇਕਿਨ ਉਹਨਾਂ ਨੂੰ ਕਿਸੇ ਵੀ ਜੌਬ ਤੋਂ ਜਵਾਬ ਨਹੀਂ ਆ ਰਿਹਾ, ਇਸ ਤਰ੍ਹਾਂ ਦਾ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਆ ਰਿਹਾ। ਹੋਰ ਧੀਰੇ ਧੀਰੇ ਉਹ ਆਪਣੇ ਫੰਡਸ ਜਿਹੜੇ ਹੈ, ਆਪਣੀ ਸੇਵਿੰਗਸ ਜਿਹੜੀ ਹੈ ਉਹਨੂੰ ਵੀ ਉੱਥੋਂ ਵੀ ਰਨ ਆਊਟ ਹੋਈ ਜਾ ਰਿਹਾ। ਔਰ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਕੀ ਕਰੀਏ। ਉਸ ਵੇਲੇ ਫਿਰ ਉਹ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਪੋਸਟ ਪਾਉਂਦੇ ਆ ਕਿ ਸਾਡੀ ਕੋਈ ਹੈਲਪ ਕਰੇ। ਤੇ ਆਫਕੋਰਸ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਤੁਹਾਨੂੰ ਕੋਈ ਬੈਸਟ ਓਪਰਚੁਨਿਟੀ ਨਹੀਂ ਮਿਲੇਗੀ। ਤੁਸੀਂ ਇਹ ਸਾਰੀ ਦੀ ਸਾਰੀ ਪ੍ਰੋਬਲਮ ਤੋਂ ਆਪਣੇ ਆਪ ਨੂੰ ਇੱਕ ਤਰ੍ਹਾਂ ਫ੍ਰੀ ਕਰ ਸਕਦੇ ਹੋ ਜਾਂ ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਦੀ ਜੌਬ ਮਾਰਕੀਟ ਹੈਗੀ ਹੈ, ਹੋਰ ਕਿਹੜੇ ਪ੍ਰੋਵਿੰਸ 'ਚ ਕੀ ਸਿਚੁਏਸ਼ਨ ਚੱਲ ਰਹੀ ਹੈ। ਆਫਕੋਰਸ ਦੋਸਤੋ, ਜਿਸ ਤਰ੍ਹਾਂ ਮੈਂ ਪਹਿਲੇ ਹੀ ਕਿਹਾ ਹੈ ਕਿ ਜੌਬ ਮਾਰਕੀਟ ਜਿਹੜੀ ਹੈ ਉਹ ਆਲਮੋਸਟ ਹਰ ਪ੍ਰੋਵਿੰਸ ਵਿੱਚ ਇੰਪੈਕਟਡ ਹੈ। ਐਗਜ਼ਾਮਪਲ ਲੈਂਦੇ ਹਾਂ ਐਲਬਰਟਾ ਦਾ। ਅੱਜ ਤੋਂ ਪਿਛਲੇ 10 ਸਾਲ ਤੋਂ ਮੈਂ ਦੇਖਦਾ ਆ ਰਿਹਾ ਕਿ ਬੜੇ ਸਾਰੇ ਬੱਚੇ ਹੈ, ਸਪੈਸ਼ਲੀ ਜਿਹੜੀ ਯੂਥ ਹੈ ਉਹ ਕੋਸ਼ਿਸ਼ ਕਰਦੀ ਹੈ। ਅੱਛਾ, ਇੱਕਦਮ ਇਕੋਨਮੀ ਚੇਂਜ ਹੁੰਦੀ ਹੈ ਐਲਬਰਟਾ ਦੀ, ਔਰ ਉੱਥੇ ਲੋਕੀ ਕਹਿੰਦੇ ਆ ਚਲੋ ਜੀ ਇੱਥੇ ਜੌਬ ਆ ਗਈ ਆ। ਉਹੀ ਜੌਬ ਜਿਹੜੀ ਹੈ ਉਹ ਮੇ ਬੀ ਟੋਰਾਂਟੋ ਤੁਹਾਨੂੰ $16-17-18 'ਚ ਹੋ ਰਹੀ ਹੋਏਗੀ, ਲੇਕਿਨ ਤੁਹਾਨੂੰ ਸੁਣਨ 'ਚ ਆਏਗਾ ਜੀ ਕੈਲਗਰੀ ਉਹਦੇ $25 ਮਿਲ ਰਿਹਾ। ਚਲੋ ਚੱਲਦੇ ਆ। ਇਸ ਤਰ੍ਹਾਂ ਦੇ ਕੋਈ ਵੀ ਸ਼ਾਰਟ ਟਰਮ ਸਟਿੰਟ ਹੈਗੇ ਆ, ਜੇ ਤੁਸੀਂ ਪੁੱਲ ਆਊਟ ਕਰ ਸਕਦੇ ਹੋ ਕਰ ਲਓ, ਲੇਕਿਨ ਇਵੈਂਚੁਅਲੀ ਜੇ ਤੁਸੀਂ ਪਿਛਲੇ 10 ਸਾਲ ਤੋਂ ਵੀ ਦੇਖੋਗੇ ਤੇ ਅਲਬਰਟਾ ਦਾ ਜਿਹੜਾ ਇਕੋਨਮੀ ਇਸ ਤਰ੍ਹਾਂ ਦਾ ਰਿਹਾ ਹੈ ਕਿ ਉਹ ਜਿਸ ਵੇਲੇ ਉੱਪਰ ਜਾਂਦਾ ਹੈ ਤੇ ਬਿਲਕੁਲ ਅਰਸ਼ ਤੇ, ਹੋਰ ਜਿਸ ਵੇਲੇ ਥੱਲੇ ਆਉਂਦਾ ਹੈ ਤੇ ਬਿਲਕੁਲ ਫਰਸ਼ ਤੇ। ਫਿਰ ਉਸ ਵੇਲੇ ਸਾਰਿਆਂ ਨੂੰ ਭੱਜਣਾ ਪੈਂਦਾ ਹੈ। ਕਿਉਂ? ਕਿਉਂਕਿ ਉੱਥੇ ਜੌਬਸ ਨਹੀਂ ਬਚਦੀਆਂ। ਤੁਸੀਂ ਉਹਦੇ ਵਿੱਚ ਥੋੜੀ ਜਿਹੀ ਸੇਵਿੰਗ ਜ਼ਰੂਰ ਕਰ ਲਈ ਹੋਏਗੀ ਕਿਉਂਕਿ ਤੁਹਾਨੂੰ ਪੈਸੇ ਅੱਛੇ ਮਿਲ ਰਹੇ ਸੀਗੇ, ਐਡਵਰਸ ਵੈਦਰ ਕੰਡੀਸ਼ਨ 'ਚ ਤੁਸੀਂ ਕੰਮ ਕੀਤਾ, ਬਹੁਤ ਮਿਹਨਤ ਕੀਤੀ, ਕੈਨੇਡੀਅਨ ਐਕਸਪੀਰੀਅੰਸ ਵੀ ਗੇਨ ਕਰ ਲਿਆ, ਰਾਈਟ। ਸੇਵਿੰਗ ਕਰ ਲਈ, ਲੇਕਿਨ ਹੁਣ ਅਨਫੋਰਚੂਨੇਟਲੀ ਉਹ ਜੌਬ ਨਹੀਂ ਹੈ ਕਿਉਂਕਿ ਉਹ ਜੌਬ ਜਿਹੜੀ ਸੀਗੀ ਜਾਂ ਤੇ ਉਹ ਆਲਰੇਡੀ ਸ਼ਾਰਟ ਸਟਿੰਟ ਸੀਗਾ, ਇੱਕ ਸ਼ਾਰਟ ਟਰਮ ਜੌਬ ਸੀਗੀ, ਜਾਂ ਵੇਖੀ ਇਕੋਨਮੀ ਨੇ ਇਸ ਤਰ੍ਹਾਂ ਦਾ ਕੁਝ ਗੇਮ ਪਲੇ ਕੀਤਾ ਕਿ ਤੁਹਾਡੇ ਕੋਲ ਅੱਜ ਦੀ ਡੇਟ ਵਿੱਚ ਉਹ ਜੌਬ ਨਹੀਂ ਹੈ। ਜੇ ਅਸੀਂ ਟੋਰਾਂਟੋ ਨੂੰ ਲੈ ਕੇ ਚੱਲੀਏ ਤਾਂ ਟੋਰਾਂਟੋ ਵਿੱਚ ਤੇ ਆਲਰੇਡੀ ਸਭ ਤੋਂ ਜ਼ਿਆਦਾ ਇਮੀਗ੍ਰੇਸ਼ਨ ਜਿਹੜੀ ਉਹ ਇਮੀਗ੍ਰੈਂਟਸ ਆ ਰਹੇ ਆ, ਤੇ ਉਹਦੇ ਵਿੱਚ ਤੁਸੀਂ ਇਹ ਦੇਖੋ ਲੋਕਾਂ ਨੂੰ ਰਹਿਣ ਦੀ ਇੰਨੀ ਦਿੱਕਤ ਆ ਰਹੀ ਹੈ ਕਿਉਂਕਿ ਰੈਂਟਸ ਇੰਨੇ ਵਧੇ ਹੋਏ ਆ। ਫਿਰ ਉਹਨਾਂ ਨੂੰ ਧੀਰੇ ਟੋਰਾਂਟੋ ਤੋਂ ਬਾਹਰ ਨਿਕਲਣਾ ਪੈਂਦਾ ਹੈ, GTA ਤੋਂ ਬਾਹਰ ਨਿਕਲਣਾ ਪੈਂਦਾ ਹੈ, ਥੋੜ੍ਹੇ ਜਿਹੇ ਇਸ ਤਰ੍ਹਾਂ ਦੇ ਸਿਟੀਜ਼ ਵਿੱਚ ਜਾਣਾ ਪੈਂਦਾ ਜਿਹੜੀਆਂ ਥੋੜ੍ਹੀ ਜਿਹੀਆਂ ਮੇ ਬੀ ਹੋ ਸਕਦਾ ਜ਼ਿਆਦਾ ਪੋਪੂਲਰ ਨਹੀਂ ਹੈ, ਜ਼ਿਆਦਾ ਪੋਪੂਲੇਟਡ ਵੀ ਨਹੀਂ ਹੈ, ਉੱਥੇ ਜਾ ਕੇ ਜੌਬ ਲੱਭਣੀ ਪੈਂਦੀ ਹੈ। ਲੇਕਿਨ ਕਿਉਂਕਿ ਓਨਟਾਰੀਓ ਦਾ ਤੁਸੀਂ ਆਲਰੇਡੀ ਜੋਗ੍ਰਾਫਿਕਲ ਦੇਖ ਹੀ ਚੁੱਕੇ ਹੋ ਸਟਰਕਚਰ, ਤੇ ਉਹਦੇ ਵਿੱਚ ਇਹ ਹੈ ਕਿ ਜਿੰਨਾ ਤੁਸੀਂ ਅਪ ਨਾਰਥ ਜਾਈ ਜਾਓਗੇ ਉਨੀ ਠੰਡ ਵੀ ਵਧੀ ਜਾਂਦੀ ਹੈ। ਸੋ ਕਿਸੇ ਨਾ ਕਿਸੇ ਵੇਲੇ ਲੋਕ ਇਸ ਚੀਜ਼ ਲਈ ਵੀ ਘਬਰਾ ਜਾਂਦੇ ਆ। ਸਟੂਡੈਂਟਸ ਫਿਰ ਵੀ ਇਸ ਚੀਜ਼ ਨੂੰ ਥੋੜਾ ਐਕਸਪੈਡਾਈਟ ਕਰ ਰਹੇ ਆ, ਲੇਕਿਨ ਜਿਹੜੇ ਲੋਕ ਫੈਮਿਲੀਜ਼ ਨਾਲ ਆਏ ਆ, ਵਰਕ ਪਰਮਿਟ ਤੇ ਆਏ ਆ, ਜਾਂ ਹੋ ਸਕਦਾ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਆਏ ਆ, ਉਹ ਇਸ ਚੀਜ਼ ਤੋਂ ਵੀ ਥੋੜਾ ਜਿਹਾ ਬਚਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਨਾਂ ਦੇ ਕੰਧਿਆਂ ਤੇ ਆਪਣੀ ਫੈਮਿਲੀ ਦੀ ਪੂਰੀ ਜ਼ਿੰਮੇਵਾਰੀ ਹੈ।
ਜੇ ਅਸੀਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਕੰਪੈਰੀਟਿਵਲੀ ਆਫ ਕੋਰਸ ਤੁਸੀਂ ਦੇਖੋਗੇ ਕਿ ਟੋਰਾਂਟੋ ਤੋਂ ਓਨਟਾਰੀਓ ਤੋਂ ਬੇਸ ਆਫ ਕੋਰਸ ਜਿਹੜਾ ਇਮੀਗ੍ਰੇਸ਼ਨ ਪਰਸੈਂਟੇਜ ਹੈਗਾ ਉਹ ਕਾਫੀ ਘੱਟ ਹੈ। ਪਿਛਲੇ ਕਾਫੀ ਸਾਲਾਂ ਤੋਂ ਇਹ ਇੱਕ ਨੋਸ਼ਨ ਚੱਲਦਾ ਆ ਰਿਹਾ ਹੈ ਕਿ ਵੈਨਕੂਵਰ ਇਜ਼ ਮੋਰ ਐਕਸਪੈਂਸਿਵ ਦੈਨ ਟੋਰਾਂਟੋ, ਜਦਕਿ ਸੱਚਾਈ ਇਹ ਨਹੀਂ ਹੈ। ਮੈਂ ਪਰਸਨਲੀ ਦੋਨੋਂ ਪ੍ਰੋਵਿੰਸਿਸ ਵਿੱਚ ਰਹਿ ਕੇ ਦੇਖਿਆ ਔਰ ਮੈਨੂੰ ਇੱਕ ਪੈਸੇ ਦਾ ਫਰਕ ਨਹੀਂ ਲੱਗਿਆ। ਜੇ ਕੋਈ ਚੀਜ਼ ਇੱਥੇ ਜ਼ਿਆਦਾ ਮਹਿੰਗੀ ਹੈ ਤੇ ਕੋਈ ਚੀਜ਼ ਉੱਥੇ ਜ਼ਿਆਦਾ ਮਹਿੰਗੀ ਹੈ। ਸੋ ਥੋੜਾ ਬਹੁਤ ਜੇ ਥੋੜਾ ਫਰਕ ਹੋਏਗਾ, ਮੈਂ ਚਲੋ ਫॉर एग्जांपल ਅਸੀਂ ਇੱਕ ਸੈਕਿੰਡ ਲਈ ਮੰਨ ਲੈਂਦੇ ਹਾਂ ਕਿ ਜੇ ਇੱਥੇ ਥੋੜਾ ਜਿਹਾ ਫਰਕ ਆਏਗਾ, ਲੇਕਿਨ ਤੁਸੀਂ ਇਹ ਦੇਖੋ ਕਿ ਜੇ ਤੁਹਾਡੀ ਜੌਬ ਓਪਰਚੁਨਿਟੀਜ਼ ਜਿਹੜੀਆਂ ਹੈਗੀਆਂ ਉਹ ਮੰਨ ਲਓ ਜੇ ਤੁਹਾਨੂੰ ਬ੍ਰਿਟਿਸ਼ ਕੋਲੰਬੀਆ 'ਚ ਥੋੜੀ ਜਿਹੀ ਜ਼ਿਆਦਾ ਓਪਰਚੁਨਿਟੀ ਮਿਲਦੀ ਹੈ ਤੇ ਐਟ ਦੀ ਐਂਡ ਆਫ ਦ ਡੇ ਖਰਚਾ ਤਾਂ ਤੁਸੀਂ ਆਪਣੀ ਜੌਬ ਤੋਂ ਹੀ ਕੱਢਣਾ ਹੈ ਨਾ। ਐਵਰੀਥਿੰਗ ਬੋਇਲਸ ਡਾਊਨ ਟੂ ਵਨ ਫੈਕਟਰ ਕਿ ਤੁਸੀਂ ਆਪਣੀ ਜੌਬ ਤੋਂ ਕਿੰਨੇ ਸੈਟਿਸਫਾਈਡ ਹੋ, ਤੁਸੀਂ ਆਪਣੀ ਇਨਕਮ ਤੋਂ ਕਿੰਨੇ ਸੈਟਿਸਫਾਈਡ ਹੋ। ਮਾਈਂਡ ਨਾ ਕਰਨਾ, ਲੇਕਿਨ ਜੇ ਅਸੀਂ ਇਹ ਸੋਚ ਕੇ ਆ ਰਹੇ ਹਾਂ ਕਿਉਂਕਿ ਸਾਡੇ ਦੋਸਤ ਜਿਹੜੇ ਹੈਗੇ ਆ ਉਹ ਬੜੀ ਵਧੀਆ ਗੱਡੀਆਂ ਚਲਾ ਰਹੇ ਆ, ਸਨੈਪਚੈਟ ਤੇ ਸਨੈਪਸ ਪਾ ਰਹੇ ਆ, ਰਾਈਟ, ਹੋਰ ਇਹ ਸਾਰੀਆਂ ਇੱਕ ਮਤਲਬ ਇੱਕ ਓਵਰਆਲ ਤੁਹਾਨੂੰ ਪਿਕਚਰ ਦਿਖਾ ਰਹੇ ਆ, ਲੇਕਿਨ ਐਟ ਦੀ ਐਂਡ ਆਫ ਦ ਡੇ ਕੋਈ ਵੱਡੀ ਗੱਲ ਨਹੀਂ ਹੈ ਕਿ ਬਿਹਾਈਂਡ ਦਾ ਸੀਨਸ ਜਦੋਂ ਤੁਸੀਂ ਦੇਖੋਗੇ ਤਾਂ ਇਹ ਵੀ ਹੋ ਸਕਦਾ ਹੈ ਕਿ ਉਹ ਜੀ ਤੋੜ ਮਿਹਨਤ ਵੀ ਕਰ ਰਹੇ ਆ, ਜਾਂ ਹੋ ਸਕਦਾ ਹੈ ਕਿ ਉਹ ਫਿਰ ਵੀ ਆਪਣੀ ਓਪਰਚੁਨਿਟੀਜ਼ ਤੋਂ, ਆਪਣੀ ਜੌਬ ਤੋਂ, ਆਪਣੀ ਇਨਕਮ ਤੋਂ ਖੁਸ਼ ਨਹੀਂ ਹੈ। ਸੋ ਇਸ ਕਰਕੇ ਕੋਸ਼ਿਸ਼ ਇਹ ਕਰੋ ਕਿ ਇਸ ਤਰ੍ਹਾਂ ਦਾ ਪ੍ਰੋਵਿੰਸ ਚੁਣੋ ਆਪਣੇ ਲਈ ਜਿਹਦੇ ਵਿੱਚ ਜੌਬ ਓਪਰਚੁਨਿਟੀਜ਼ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਹੈ। ਹੁਣ ਤੁਸੀਂ ਇਹ ਪੁੱਛੋਗੇ ਕਿ ਸਾਨੂੰ ਉੱਥੇ ਬੈਠੇ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਜੌਬ ਓਪਰਚੁਨਿਟੀਜ਼ ਜ਼ਿਆਦਾ ਕਿੱਥੇ ਹੈ। ਇਹਦਾ ਸਿੱਧਾ ਜਿਹੜਾ ਲੈਣਾ ਦੇਣਾ ਇਸ ਚੀਜ਼ ਨਾਲ ਹੈਗਾ ਕਿ ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਆਲਰੇਡੀ ਕਿੰਨਾ ਇਮੀਗ੍ਰੈਂਟ ਆ ਚੁੱਕਾ ਹੈ। ਦੂਸਰੀ ਗੱਲ ਹੈ ਜੇ ਤੁਹਾਨੂੰ ਵੈਦਰ ਕੰਡੀਸ਼ਨਸ ਨਾਲ ਇੰਨਾ ਕੋਈ ਫਰਕ ਨਹੀਂ ਪੈਂਦਾ ਔਰ ਤੁਸੀਂ ਮਤਲਬ ਡਿਟਰਮਿਨਡ ਹੋ ਦੈਟ ਯੂ ਵਾਂਟ ਟੂ ਡੂ ਵੈਲ, ਤੇ ਆਫ ਕੋਰਸ ਤੁਸੀਂ ਉਹ ਕਰ ਸਕਦੇ ਹੋ। ਕਿਉਂਕਿ ਤੁਹਾਨੂੰ ਸਭ ਤੋਂ ਅੱਛੀ ਗੱਲ ਹੈ ਕਿ ਤੁਹਾਨੂੰ ਉਸ ਸਿਚੁਏਸ਼ਨ ਵਿੱਚ ਹਮੇਸ਼ਾ ਨਹੀਂ ਰਹਿਣਾ। ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਕਿਸੇ ਇਸ ਤਰ੍ਹਾਂ ਦੇ ਪ੍ਰੋਵਿੰਸ ਵਿੱਚ ਮੂਵ ਹੋ ਸਕਦੇ ਹੋ ਕਿ ਜਿਹਦੇ ਵਿੱਚ ਪੋਪੂਲੇਸ਼ਨ ਘੱਟ ਹੈ ਔਰ ਓਪਰਚੁਨਿਟੀਜ਼ ਠੀਕ ਠਾਕ ਨੇ, ਜਿਹੜਾ ਇੱਕ ਰੇਟ ਆਫ ਐਮਪਲੋਇਮੈਂਟ ਹੈ ਉਹ ਠੀਕ ਹੈ, ਤਾਂ ਕਿ ਤੁਸੀਂ ਉੱਥੇ ਜਾਓ, ਆਪਣੇ ਆਪ ਨੂੰ ਥੋੜਾ ਜਿਹਾ ਐਸਟੈਬਲਿਸ਼ ਕਰੋ, ਜੌਬ ਲੱਭੋ, ਆਪਣੇ ਆਪ ਨੂੰ ਇੱਕ ਥੋੜਾ ਜਿਹਾ ਕੈਨੇਡੀਅਨ ਵਰਕ ਐਕਸਪੀਰੀਅੰਸ ਦਿਲਵਾਓ, ਨਾਲ ਕੋਈ ਬ੍ਰਿਜਿੰਗ ਗੈਪ ਪ੍ਰੋਗਰਾਮ ਕਰ ਲਓ ਜਾਂ ਕੋਈ ਐਜੂਕੇਸ਼ਨ ਲੈ ਲਓ, ਉੱਥੋਂ ਕੋਈ ਇਸ ਤਰ੍ਹਾਂ ਦਾ ਸਕਿੱਲ ਸਿੱਖ ਲਓ, ਉਹਦੇ ਬਾਅਦ ਪ੍ਰੋਵਿੰਸ ਮੂਵ ਕਰ ਜਾਓ। ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦ ਤੁਸੀਂ ਆਲਰੇਡੀ ਇੱਕ ਪਾਰਟਿਕੂਲਰ ਸਟੇਟਸ ਵਿੱਚ ਆ ਚੁੱਕੇ ਹੋ ਤਾਂ ਤੁਸੀਂ ਕਿਸੇ ਵੀ ਪ੍ਰੋਵਿੰਸ 'ਚ ਜਾ ਕੇ ਆਪਣੀ ਸੈਟਲਮੈਂਟ ਕਰ ਸਕਦੇ ਹੋ। ਐਟ ਦ ਸੇਮ ਟਾਈਮ ਜੇ ਤੁਸੀਂ ਆਪਣਾ ਫੋਕਸ ਇਹ ਰੱਖੋਗੇ that I want to buy a job for myself, ਇਹਦਾ ਸਿੱਧਾ ਜਿਹਾ ਮਤਲਬ ਹੈ ਕਿ ਮੈਂ ਇੱਕ 9 to 5 ਜਾਂ 4 ਤੋਂ 10 ਵਜੇ ਦੀ ਜੌਬ, ਇਹ ਜੌਬਸ ਵਿੱਚੋਂ ਨਿਕਲ ਕੇ ਆਪਣੇ ਲਈ ਇੱਕ ਇਸ ਤਰ੍ਹਾਂ ਦੀ ਓਪਰਚੁਨਿਟੀ ਕ੍ਰੀਏਟ ਕਰਾਂ ਕਿ ਜਿਹਦੇ ਵਿੱਚ ਮੈਂ ਆਪਣੇ ਥੋੜੇ ਜਿਹੇ ਬਿਜ਼ਨਸ ਸਕਿੱਲਸ ਦਿਖਾਵਾਂ, ਆਪਣੇ ਲਈ ਕਿਸੇ ਤਰੀਕੇ ਦਾ ਛੋਟਾ ਮੋਟਾ ਬਿਜ਼ਨਸ ਸ਼ੁਰੂ ਕਰ ਸਕਦਾ ਹੈ। ਸੋ ਐਟ ਦੀ ਐਂਡ ਆਫ ਦ ਡੇ ਤੁਸੀਂ ਕੀ ਕਰ ਰਹੇ ਹੋ, ਤੁਸੀਂ ਇਸ ਤਰ੍ਹਾਂ ਦੀ ਓਪਰਚੁਨਿਟੀ ਆਪਣੇ ਲਈ ਕ੍ਰੀਏਟ ਕਰ ਰਹੇ ਹੋ ਜਿਹੜੀ ਤੁਹਾਡੇ ਕੋਲ ਕੋਈ ਨਹੀਂ ਖੋ ਸਕਦਾ। ਗੁੱਡ ਬੈਡ ਅਗਲੀ ਇਹ ਸਾਰੇ ਡੇਜ਼ ਹਰ ਇੱਕ ਬੰਦੇ ਨਾਲ ਆਉਂਦੇ ਆ, ਲੇਕਿਨ ਕੋਸ਼ਿਸ਼ ਇਹ ਕਰੋ ਕਿ ਜਦੋਂ ਵੀ ਤੁਸੀਂ ਆਪਣੇ ਲਈ ਇੱਕ ਪ੍ਰੋਵਿੰਸ ਚੁਣ ਰਹੇ ਹੋ, ਸਭ ਤੋਂ ਪਹਿਲੇ ਇਹ ਦੇਖੋ ਕਿ ਤੁਸੀਂ ਆਪਣੇ ਕੰਫਰਟ ਜ਼ੋਨ ਤੋਂ ਨਿਕਲ ਕੇ ਉਹਦਾ ਚੁਣਾਵ ਕਰ ਰਹੇ ਹੋ ਜਾਂ ਆਪਣੇ ਕੰਫਰਟ ਜ਼ੋਨ ਦੇ ਵਿੱਚ ਰਹਿ ਕੇ। ਕਿਉਂਕਿ ਸਿੱਧੀ ਜਿਹੀ ਗੱਲ ਹੈ, ਜੇ ਬਹੁਤ ਜ਼ਿਆਦਾ ਕੰਫਰਟ ਲੱਭ ਰਹੇ ਹੋ ਤੇ ਹੋ ਸਕਦਾ ਹੈ ਕਿ ਸਕਸੈਸ ਜਿਹੜਾ ਤੁਹਾਨੂੰ ਥੋੜਾ ਜਿਹਾ ਲੇਟ ਮਿਲੇ, ਕਿਉਂਕਿ ਜਾਂਦੇ ਸਾਰੀ ਤੁਹਾਨੂੰ ਚਾਹੀਦਾ ਹੈ ਕਿ ਤੁਹਾਨੂੰ ਕੋਈ ਮਦਦ ਵੀ ਕਰਦੇ, ਤੁਹਾਡੇ ਨਾਲ ਹਰ ਤਰੀਕੇ ਦਾ ਕੋਆਪਰੇਸ਼ਨ ਦੇ ਦੇ, ਸਪੋਰਟ ਦੇ ਦੇ, ਤੁਸੀਂ ਹਰ ਜਗ੍ਹਾ ਜਾਓ ਉਹ ਤੁਹਾਨੂੰ ਨਾਲ ਲੈ ਕੇ ਜਾਏ, ਲੇਕਿਨ ਰਿਐਲਿਟੀ ਇਸ ਤਰ੍ਹਾਂ ਹੁੰਦੀ ਨਹੀਂ ਹੈ। ਦੂਸਰੀ, ਜੇ ਬਾਈ ਗॉड्स ਗ੍ਰੇਸ ਜੇ ਤੁਹਾਨੂੰ ਕਿਸੇ ਵੀ ਜਾਣਕਾਰ ਦੇ ਥਰੂ ਜੇ ਜੌਬ ਮਿਲ ਵੀ ਗਈ ਹੈ, ਜੌਬ ਲੈਣਾ ਉਨਾ ਔਖਾ ਨਹੀਂ ਹੈ, ਲੇਕਿਨ ਉਹਨੂੰ ਸਸਟੇਨ ਕਰਕੇ ਰੱਖਣਾ ਬੜਾ ਔਖਾ ਹੋ ਜਾਂਦਾ ਹੈ। ਕਿਉਂਕਿ ਐਮਪਲੋਇਰ ਜਿਹੜਾ ਉਹ ਤੁਹਾਡੀ ਪਰਫਾਰਮੈਂਸ ਚੈੱਕ ਕਰਦਾ ਹੈ, ਉਹ ਤੁਹਾਡਾ ਓਵਰਆਲ ਅਟੈਂਡੈਂਸ, ਤੁਹਾਡੀ ਰੈਗੂਲੈਰਿਟੀ, ਤੁਹਾਡੀ ਰਿਲਾਇਬਿਲਿਟੀ ਚੈੱਕ ਕਰਦਾ ਹੈ, ਤੁਹਾਡੇ ਵਰਕ ਐਥਿਕਸ ਚੈੱਕ ਕਰਦਾ ਹੈ, ਤੁਹਾਡਾ ਬਿਹੇਵੀਅਰ ਚੈੱਕ ਕਰਦਾ ਹੈ। ਉਹ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਬਿਲਕੁਲ ਟੌਪ ਕਲਾਸ ਰੱਖਣਾ ਪਏਗਾ ਸ਼ੁਰੂਆਤ ਵਿੱਚ। ਇਨਫੈਕਟ ਹਮੇਸ਼ਾ, ਨਾਟ ਜਸਟ ਨੈਸੈਸਰੀਲੀ ਕਿ ਸ਼ੁਰੂਆਤ ਵਿੱਚ, ਲੇਕਿਨ ਹਾਂ, ਕਿਉਂਕਿ ਸਭ ਤੋਂ ਪਹਿਲੇ ਤੁਸੀਂ ਲੋੜਮੰਦ ਜਿਹੜੇ ਹੋ ਉਹ ਸ਼ੁਰੂਆਤ ਵਿੱਚ ਹੋ। ਇਸ ਕਰਕੇ ਤੁਹਾਨੂੰ ਇਹ ਬੜਾ ਜ਼ਰੂਰੀ ਹੈ ਕਿ ਆਪਣੇ ਪ੍ਰੋਵਿੰਸ ਦਾ ਚੁਣਾਵ ਬਿਲਕੁਲ ਠੀਕ ਕਰੋ, ਬਜਾਏ ਕਿ ਇਹਦੇ ਕਿ ਇੱਕ ਫੈਸੀਨੇਸ਼ਨ ਚਾਹ ਕੇ ਕਿ ਟੋਰਾਂਟੋ ਡਾਊਨਟਾਊਨ ਬਹੁਤ ਵਧੀਆ ਹੈ ਜਾਂ ਆਈ ਹੈਵ ਅ ਲੋਟ ਆਫ ਕੰਫਰਟ ਦੇਅਰ। ਆਪਣੇ ਕੰਫਰਟ ਨੂੰ ਬ੍ਰੇਕ ਜਿੰਨੇ ਵੀ ਕੀਤਾ ਹੈ ਉਹਨੇ ਇੱਥੇ ਆ ਕੇ ਕਾਫੀ ਸਕਸੈਸ ਹਾਸਿਲ ਕੀਤਾ ਹੈ। ਔਰ ਆਈ ਵੁੱਡ ਸੇ ਕਿ ਇਨਕਲੂਡਿੰਗ ਮੀ, ਮੈਂ ਵੀ ਕੋਸ਼ਿਸ਼ ਕਰ ਰਿਹਾ ਕਿ ਆਪਣਾ ਜਿਹੜਾ ਕੰਫਰਟ ਲੈਵਲ ਹੈ ਉਹ ਆਏ ਦਿਨ ਬ੍ਰੇਕ ਕੀਤਾ ਜਾਏ, ਤਾਂ ਕਿ ਜਿੰਨਾ ਅੱਛਾ ਅਸੀਂ ਕੱਲ ਕੀਤਾ ਉਹ ਤੋਂ ਜ਼ਿਆਦਾ ਅੱਛਾ ਕਰੀਏ। So I hope this video is making some sense and it's giving you some kind of sense of direction, the right direction. So ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਸਾਡੇ ਚੈਨਲ ਨੂੰ। ਔਰ ਜੇ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੋਈ
ਡਾਊਟ ਹੈ ਜਾਂ ਕੋਈ ਸਵਾਲ ਹੈ ਪੁੱਛੋ। ਔਰ ਜ਼ੈਟ ਐਡਵਾਈਜ਼ਰੀ ਤੇ ਅੱਜ ਦੀ ਡੇਟ ਵਿੱਚ ਸਾਡੇ ਕੋਲ ਬੜੀ ਅਸੀਂ ਇਸ ਤਰ੍ਹਾਂ ਦੀ ਸਰਵਿਸਿਜ਼ ਹੈ ਜਿਹੜੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਤਾਂ ਕਿ ਅਸੀਂ ਤੁਹਾਨੂੰ ਜਿਹੜੀ ਇਨੀਸ਼ੀਅਲ ਹੈਂਡ ਹੋਲਡਿੰਗ ਹੋਏਗੀ ਕੈਨੇਡਾ ਵਿੱਚ ਆਉਣ ਦੀ, ਅਸੀਂ ਤੁਹਾਡੀ ਉਹ ਵੀ ਕਰ ਸਕਦੇ ਹਾਂ। ਸੋ ਪਲੀਜ਼ ਡੂ ਰੀਚ ਆਊਟ ਟੂ ਅਸ। ਥੈਂਕ ਯੂ ਐਂਡ ਹੈਵ ਯੋਰਸੈਲਫ ਅ ਗੁੱਡ ਡੇ। ਬਾਏ ਬਾਏ।